ਹਾਲੇਲੂਇਆ ਹਾਲੇਲੂਇਆ। ਸੋ ਪ੍ਰਭੂ ਦਾ ਧੰਨਵਾਦ ਹੈ, ਪ੍ਰਭੂ ਦਾ ਸ਼ੁਕਰ ਹੈ। ਪ੍ਰਭੂ ਨੇ ਅੱਜ ਦੇ ਦਿਨ ਸਾਨੂੰ ਜਿਉਂਦੇ ਰੱਖਿਆ, ਜਿਉਂਦਿਆਂ ਦੀ ਧਰਤੀ 'ਤੇ ਰੱਖਿਆ। ਸੋ ਪ੍ਰਭੂ ਦਾ ਧੰਨਵਾਦ ਹੈ। ਸੋ ਅੱਜ ਦਾ ਕਲਾਮ ਜੋ ਅਸੀਂ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ, ਸੋ ਅੱਜ ਦਾ ਵਿਚਾਰ ਜਿਹੜਾ ਹੈ ਖੁਦਾ ਦੇ ਕਲਾਮ ਦੇ ਵਿੱਚੋਂ ਅੱਜ ਵੀ ਚਮਤਕਾਰ ਹੋ ਸਕਦਾ ਹੈ। ਹਾਲੇਲੂਇਆ ਬੋਲੋ ਸਾਰੇ। ਜੋ ਮੈਂ ਬੋਲਿਆ ਅੱਜ ਵੀ ਚਮਤਕਾਰ ਹੋ ਸਕਦਾ ਹੈ। ਉਹ ਕਿਸ ਤਰ੍ਹਾਂ ਚਮਤਕਾਰ ਹੋ ਸਕਦਾ ਹੈ? ਜਦੋਂ ਅਸੀਂ ਥੋੜੀ ਜਿਹੀ ਕੋਸ਼ਿਸ਼ ਕਰਾਂਗੇ। ਥੋੜੀ ਜਿਹੀ ਕੋਸ਼ਿਸ਼ ਕਰਨ ਦੇ ਨਾਲ ਕੀ ਹੋ ਜਾਂਦਾ ਹੈ? ਪੂਰਾ ਕੰਮ ਹੋ ਜਾਂਦਾ ਹੈ। ਅਗਰ ਜਿੰਨਾ ਚਿਰ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਤੇ ਨਾ ਤੇ ਪਰਮੇਸ਼ਰ ਨੇ ਸਾਥ ਦੇਣਾ ਤੇ ਨਾ ਹੀ ਉਸ ਕੰਮ ਨੂੰ ਹੱਥ ਪੈਣਾ ਤੇ ਉਹ ਕੰਮ ਹੋਣਾ ਨਹੀਂ ਹੈ। ਸੋ ਅੱਜ ਖੁਦਾ ਦੇ ਕਲਾਮ ਦੇ ਵਿੱਚ ਅਸੀਂ ਸਿੱਖਾਂਗੇ ਕਿ ਅੱਜ ਵੀ ਚਮਤਕਾਰ ਹੋ ਸਕਦਾ ਹੈ। ਜਿਹੜੀਆਂ ਗੱਲਾਂ ਅਣਹੋਣੀਆਂ ਨੇ ਉਹ ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਕਰ ਸਕਦਾ ਹੈ। ਮੁਰਦਾ ਜ਼ਿੰਦਾ ਕਰਨਾ ਇੱਕ ਅਣਹੋਣੀ ਗੱਲ ਹੈ, ਪਰ ਯਿਸੂ ਮਸੀਹ ਨੇ ਕੀ ਕੀਤਾ ਹੈ? ਆਪ ਵੀ ਜ਼ਿੰਦਾ ਹੋਇਆ ਹੈ ਤੇ ਦੂਜਿਆਂ ਨੂੰ ਵੀ ਜ਼ਿੰਦਾ ਕਰਕੇ ਵਿਖਾਇਆ ਹੈ। ਦਵਾਈ ਦੇ ਕੇ ਠੀਕ ਕਰਨਾ ਤੇ ਇਸ ਤਰ੍ਹਾਂ ਹੀ ਹੁਕਮ ਕਰਕੇ ਠੀਕ ਕਰਨੇ ਦੇ ਵਿੱਚ ਕੀ ਹੈ? ਬੜਾ ਫਰਕ ਹੈ। ਸੋ ਖੁਦਾ ਪ੍ਰਭੂ ਯਿਸੂ ਮਸੀਹ ਕੀ ਕਰਦਾ ਸੀ? ਹੁਕਮ ਕਰਦਾ ਸੀ, ਜਾ ਤੇਰੇ ਵਿਸ਼ਵਾਸ ਨੇ ਤੈਨੂੰ ਕੀ ਕੀਤਾ? ਚੰਗਿਆ ਕੀਤਾ। ਤੇ ਉਸੇ ਵਕਤ ਹੀ ਉਹ ਬਿਮਾਰੀ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਚਲੀਆਂ ਜਾਂਦੀਆਂ ਸੀ। ਬੋਲੋ ਹਾਲੇਲੂਇਆ। ਸੋ ਉਹੋ ਜਿਹਾ ਚਮਤਕਾਰ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਹੈ। ਬੋਲੋ ਹਾਲੇਲੂਇਆ ਹਾਲੇਲੂਇਆ। ਸੋ ਉਹੋ ਜਿਹਾ ਚਮਤਕਾਰ ਅੱਜ ਵੀ ਹੋ ਸਕਦਾ ਹੈ ਅਗਰ ਅਸੀਂ ਅੱਜ ਕੀ ਕਰਾਂਗੇ? ਵਿਸ਼ਵਾਸ ਕਰਾਂਗੇ। ਕਿਉਂਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ, ਬਹੁਤ ਸਾਰੀਆਂ ਪਰੇਸ਼ਾਨੀਆਂ, ਬਹੁਤ ਸਾਰੀਆਂ ਤਕਲੀਫਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨਾਂ ਦੇ ਵਿੱਚ ਆ ਰਹੀਆਂ ਨੇ, ਆ ਸਕਦੀਆਂ ਨੇ ਤੇ ਆਵੇਗੀਆਂ ਵੀ। ਹਾਲੇਲੂਇਆ। ਜਿਸ ਤਰ੍ਹਾਂ ਯਿਸੂ ਮਸੀਹ ਨੇ ਕੀ ਕਿਹਾ? ਮੈਂ ਕੱਲ ਵੀ ਸੀ, ਮੈਂ ਅੱਜ ਵੀ ਸੀ ਤੇ ਮੈਂ ਪਰਸੋਂ ਵੀ ਆ। ਉਸੇ ਤਰ੍ਹਾਂ ਮੁਸੀਬਤਾਂ ਵੀ ਕੱਲ ਵੀ ਸੀ ਤੇ ਅੱਜ ਵੀ ਆ ਤੇ ਆਉਣ ਵਾਲੀਆਂ ਨੇ। ਅਜੇ ਤਾਂ ਮੁਸੀਬਤਾਂ ਦਾ ਕੀ ਹੈ? ਬਿਗਨਿੰਗ ਹੈ। ਬਿਗਨਿੰਗ ਦਾ ਮਤਲਬ ਕੀ ਹੈ? ਅੱਜ ਇਹ ਮੁਸੀਬਤਾਂ ਦੀ ਸ਼ੁਰੂਆਤ ਹੈ। ਇਹ ਮੁਸੀਬਤ ਜਿਹੜੀ ਕੋਰੋਨਾ ਵਾਇਰਸ ਦੀ ਅੱਜ ਆ ਚੁੱਕੀ ਹੈ, ਇਹ ਤੇ ਸਮਝੋ ਅਜੇ ਸ਼ੁਰੂਆਤ ਹੈ। ਇਹ ਤਾਂ ਛੋਟੀ ਜਿਹੀ ਮੁਸੀਬਤ ਹੈ, ਪਰ ਯਾਦ ਰੱਖੋ ਇਹਦੇ ਤੋਂ ਵੀ ਵੱਡੀਆਂ ਵੱਡੀਆਂ ਮੁਸੀਬਤਾਂ, ਪਰੇਸ਼ਾਨੀਆਂ ਜਿਹੜੀਆਂ ਅਜੇ ਆਉਣੀਆਂ ਬਾਕੀ ਨੇ। ਬੋਲ ਸਕਦੇ ਹਾਲੇਲੂਇਆ? ਉੱਚੀ ਬੋਲੋ ਹਾਲੇਲੂਇਆ ਹਾਲੇਲੂਇਆ। ਚਾਹੇ ਅਸੀਂ ਥੋੜੇ ਆ, ਦੋ ਚਾਰ ਆ, ਪਰ ਖੁਦਾ ਦਾ ਕਲਾਮ ਕੀ ਕਹਿ ਰਿਹਾ ਹੈ? ਜਿੱਥੇ 2 ਜਾਂ 3 ਇਕੱਠੇ ਹੋਣਗੇ ਉੱਥੇ ਮੈਂ ਹਾਜ਼ਰ ਤੇ ਨਾਜ਼ਰ ਹੋਵਾਂਗਾ। ਸੱਚਮੁੱਚ ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਉਹਨਾਂ ਲੋਕਾਂ ਦੇ ਨਾਲ ਹੁੰਦਾ ਆ ਜਿਹੜੇ ਉਹਨੂੰ ਕੀ ਕਰਦੇ ਨੇ? ਪੁਕਾਰਦੇ ਨੇ ਤੇ ਉਹਦੇ ਨਾਲ ਕੀ ਕਰਦੇ ਨੇ? ਆਪਣਾ ਸੰਬੰਧ ਗੂੜਾ ਬਣਾਉਂਦੇ ਨੇ। ਬੋਲੋ ਹਾਲੇਲੂਇਆ। ਸੋ ਅਸੀਂ ਜਿਸ ਤਰ੍ਹਾਂ ਅੱਜ ਅਸੀਂ ਪੜ੍ਹ ਰਹੇ ਹਾਂ, ਕੀ ਅਸੀਂ ਸਿੱਖ ਰਹੇ ਸੀ? ਟੌਪਿਕ ਕੀ ਸੀ ਸਾਡਾ? ਕਿ ਅੱਜ ਵੀ ਚਮਤਕਾਰ ਹੋ ਸਕਦਾ ਹੈ। ਜਿਹੜੀਆਂ ਗੱਲਾਂ ਅਣਹੋਣੀਆਂ ਨੇ ਸਾਡਾ ਉਹ ਖੁਦਾ ਕਰ ਸਕਦਾ ਹੈ। ਸੋ ਜਿਸ ਤਰ੍ਹਾਂ ਅਸੀਂ ਪੜ੍ਹਿਆ ਰਸੂਲਾਂ ਦੇ ਕਰਤੱਵ, ਪ੍ਰੇਰਿਤਾਂ ਦੇ ਕੰਮ 16 ਅਧਿਆਏ ਉਹਦੇ 25 ਤੋਂ 34 ਤੱਕ ਪੜ੍ਹਿਆ ਕਿ ਜਦੋਂ ਪੌਲੁਸ ਤੇ ਸਲਾਸ ਖੁਦਾ ਦਾ ਕੰਮ ਕਰ ਰਹੇ ਸੀ, ਉਹਨਾਂ ਨੂੰ ਫੜ ਕੇ ਮਾਰਿਆ ਗਿਆ, ਕੁੱਟਿਆ ਗਿਆ ਤੇ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਗਿਆ। ਅੱਧੀ ਰਾਤ ਕੀ ਕਰ ਰਹੇ ਨੇ? ਖੁਦਾ ਦੇ ਦਾਸ ਭਗਤੀ ਕਰ ਰਹੇ ਨੇ। ਕੀ ਕਰ ਰਹੇ ਨੇ? ਭਗਤੀ ਕਰ ਰਹੇ ਨੇ, ਆਰਾਧਨਾ ਕਰ ਰਹੇ ਨੇ ਤੇ ਖੁਦਾ ਦੀ ਮਹਿਮਾ ਕਰ ਰਹੇ ਨੇ। ਜਦੋਂ ਕੋਈ ਵੀ ਉਹਨਾਂ ਨੂੰ ਕੋਈ ਡਿਸਟਰਬ ਕਰਨ ਵਾਲਾ ਨਹੀਂ ਹੈ, ਕੋਈ ਵੀ ਉਹਨੂੰ ਕਹਿਣ ਵਾਲਾ ਨਹੀਂ ਹੈ ਤੂੰ ਕੀ ਕਰਨ ਡਿਆ, ਤੂੰ ਐਵੇਂ ਰੌਲਾ ਪਾਈ ਜਾਣ ਡਿਆ। ਦੁਖੀ ਨੇ, ਉਹਨਾਂ ਦੇ ਸਰੀਰਾਂ ਦੇ ਉੱਤੇ ਜ਼ਖਮ ਨੇ, ਪਰ ਉਹਨਾਂ ਦਾ ਆਤਮਾ ਜਿਹੜਾ ਸੀ ਉਹ ਖੁਦਾ ਦੇ ਨਾਲ ਕਨੈਕਟ ਸੀ ਔਰ ਖੁਦਾ ਦੀ ਪ੍ਰਸ਼ੰਸਾ ਕਰਨ ਦੇ ਵਾਸਤੇ ਅੱਧੀ ਰਾਤ ਕੀ ਕਰਦੇ ਪਏ ਨੇ? ਖੁਦਾ ਦੀ ਮਹਿਮਾ ਦੇ ਵਾਸਤੇ ਕੁਝ ਭਜਨ ਗਾ ਰਹੇ ਨੇ। ਪੜ੍ਹਿਆ ਸਾਰਿਆਂ ਨੇ, ਸੁਣਿਆ ਸਾਰਿਆਂ ਨੇ, ਕੀ ਗਾ ਰਹੇ ਨੇ? ਭਜਨ ਗਾ ਰਹੇ ਨੇ। ਉਹ ਜਿਸ ਤਰ੍ਹਾਂ ਹੀ ਭਜਨ ਗਾ ਰਹੇ ਆ, ਬਾਣੀ ਕੀ ਬਿਆਨ ਕਰਨ ਦੀ ਆ? इतने में एक बड़ा भूकंप आया, यहाँ तक कि बंदी गृह की नींव हिल गई और तुरंत सब द्वार खुल गए और सबके बंधन खुल पड़े। बोलो हालेलुया। सो ਇੱਥੇ ਅਸੀਂ ਕੀ ਪੜਿਆ ਕਿ ਜਦੋਂ ਪੂਰੀ ਆਤਮਾ ਤੇ ਸੱਚਾਈ ਦੇ ਨਾਲ ਜਿਹੜਾ ਕੰਮ ਕੀਤਾ ਜਾਂਦਾ ਹੈ, ਖੁਦਾ ਫਿਰ ਉੱਥੇ ਆਪ ਹਾਜ਼ਰ ਤੇ ਨਾਜ਼ਰ ਹੋ ਜਾਂਦਾ ਹੈ। ਸੋ ਜਿਸ ਤਰ੍ਹਾਂ ਇਹ ਆਰਾਧਨਾ ਕਰ ਰਹੇ ਸੀ, ਖੁਦਾ ਦਾ ਕਲਾਮ ਕਹਿੰਦਾ ਇੱਕ ਐਸਾ ਵੱਡਾ ਭੂਕੰਪ ਆਇਆ ਕਿ ਜਿਹੜੀਆਂ ਚੇਨਾਂ ਦੇ ਨਾਲ ਖੁਦਾ ਦੇ ਦਾਸ ਬੰਨੇ ਹੋਏ ਸੀ ਔਰ ਜਿਹੜੇ ਦਰਵਾਜ਼ਿਆਂ ਨੂੰ ਤਾਲੇ ਲਾ ਦਿੱਤੇ ਗਏ ਸੀ, ਖੁਦਾ ਦਾ ਕਲਾਮ ਕਹਿ ਰਿਹਾ ਜਦੋਂ ਖੁਦਾ ਦੀ ਪ੍ਰੈਜ਼ੈਂਸ, ਖੁਦਾ ਦੀ ਹਜ਼ੂਰੀ ਉਸ ਜਗ੍ਹਾ ਦੇ ਉੱਤੇ ਉਤਰੀ ਹੈ ਤਾਂ ਖੁਦਾ ਦੀ ਹਜ਼ੂਰੀ ਦੇ ਸਾਹਮਣੇ ਕੋਈ ਵੀ ਦਰਵਾਜ਼ਾ
ਤੇ ਕੋਈ ਵੀ ਚੇਨਾ ਠਹਿਰ ਨਹੀਂ ਸਕੀਆਂ। ਇਹ ਹੈ ਖੁਦਾ ਦਾ ਵਚਨ, ਇਹ ਹੈ ਖੁਦਾ ਦਾ ਵਾਅਦਾ ਕਿ ਜਿੱਥੇ ਮੈਨੂੰ ਪੁਕਾਰੋਗੇ ਮੈਂ ਉੱਥੇ ਹਾਜ਼ਰ ਤੇ ਨਾਜ਼ਰ ਹੋ ਜਾਵਾਂਗਾ। ਜਿਹੜਾ ਕੰਮ ਤੁਹਾਥੋਂ ਨਹੀਂ ਹੋ ਸਕਦਾ ਉਹ ਕੰਮ ਕਰਨ ਦੀ ਤਾਕਤ ਸਾਮਰਥ ਮੈਂ ਰੱਖਦਾ। ਬੋਲ ਹਾਲੇਲੂਇਆ। ਸੋ ਇਸ ਕਰਕੇ ਖੁਦਾ ਦੀ ਜਦੋਂ ਆਰਾਧਨਾ ਅਸੀਂ ਕਰਨੀ ਹੈ ਪੂਰੇ ਰੂਹ ਸੱਚਾਈ ਨਾਲ ਕਰਨੀ ਹੈ ਕਿ ਜਦੋਂ ਅਸੀਂ ਆਰਾਧਨਾ ਕਰੀਏ ਤਾਂ ਸਾਡਾ ਖੁਦਾ ਉਸ ਹਜ਼ੂਰੀ ਦੇ ਵਿੱਚ ਔਰ ਜਿੱਥੇ ਆਪਾਂ ਬੈਠੇ ਹਾਂ ਉੱਥੇ ਖੁਦਾ ਆਪ ਹਾਜ਼ਰ ਤੇ ਨਾਜ਼ਰ ਹੋ ਜਾਵੇ। ਜਦੋਂ ਸ਼ਦਰਕ ਮੇਸ਼ਕ ਅਬੇਦਨਗੋ ਨੂੰ ਅੱਗ ਦੇ ਭੱਠੇ ਦੇ ਵਿੱਚ ਸੁੱਟਿਆ ਗਿਆ ਸੀ, ਉਹਨਾਂ ਦਾ ਵਿਸ਼ਵਾਸ ਮਜ਼ਬੂਤ ਸੀ, ਉਹ ਖੁਦਾ ਦੀਆਂ ਗੱਲਾਂ ਕਰਦੇ ਸੀ ਤੇ ਖੁਦਾ ਉੱਥੇ ਆਪ ਹਾਜ਼ਰ ਤੇ ਨਾਜ਼ਰ ਹੋ ਗਿਆ। ਔਰ ਰਾਜਾ ਕੀ ਕਹਿਣ ਡਿਆ ਵਾ, ਸੁੱਤੇ 3 ਸੀ ਤੇ ਦਿਖਦੇ ਕਿੰਨੇ ਪਏ ਆ? 4 ਦਿਖਦੇ ਪਏ। ਖੁਦਾ ਮੁਸੀਬਤ ਦੇ ਵਿੱਚ ਵੀ ਸਾਨੂੰ ਬਚਾਉਣ ਦੀ ਤਾਕਤ ਰੱਖਦਾ ਹੈ। ਬੋਲੋ ਹਾਲੇਲੂਇਆ। ਸੋ ਇਸ ਜਗ੍ਹਾ ਦੇ ਉੱਤੇ ਇੱਕ ਐਸਾ ਮੌਜੂਦਾ ਹੋਇਆ ਜਿਹੜਾ ਖੁਦਾ ਦੇ ਦਾਸਾਂ ਨੇ ਵੀ ਸੋਚਿਆ ਨਹੀਂ ਸੀ, ਪਰ ਖੁਦਾ ਜਦੋਂ ਆਪਣੇ ਹਿਸਾਬ ਦੇ ਨਾਲ ਚੱਲਦਾ ਹੈ ਜਾਂ ਕਿਸੇ ਨੂੰ ਚਲਾਉਂਦਾ ਹੈ ਤਾਂ ਕਈ ਵਾਰੀ ਇਨਸਾਨ ਨੂੰ ਵੀ ਪਤਾ ਲੱਗਦਾ ਨਹੀਂ ਹੈ। ਬੋਲੋ ਹਾਲੇਲੂਇਆ। ਸੋ ਜਦੋਂ ਬੰਦੀ ਗ੍ਰਹਿ ਦੇ ਵਿੱਚ ਆਰਾਧਨਾ ਕਰ ਰਹੇ ਸੀ, ਹੁਕਮ ਆਇਆ, ਸਾਰੇ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਗਏ ਤਾਂ ਦਰੋਗਾ ਜਿਹਨੂੰ ਸਾਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਔਰ ਉਸਨੇ ਕੀ ਸੋਚਿਆ ਕਿ ਜੇ ਸਾਰੇ ਕੈਦੀ ਭੱਜ ਗਏ ਤਾਂ ਮੈਨੂੰ ਕੀ ਕਰ ਦੇਣਾ, ਰਾਜੇ ਨੇ ਮਰਵਾ ਦੇਣਾ ਹੈ। ਇਸ ਕਰਕੇ ਉਹਨੇ ਕੀ ਕੀਤਾ, ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਔਰ ਜਦੋਂ ਖੁਦਾ ਦੇ ਦਾਸਾਂ ਨੂੰ ਪਤਾ ਲੱਗਾ ਕਿ ਜਿਹੜਾ ਦਰੋਗਾ ਜਿਹਨੂੰ ਜ਼ਿੰਮੇਵਾਰੀ ਸਾਡੀ ਦਿੱਤੀ ਗਈ ਆ ਤੇ ਉਹ ਕੀ ਕਰਨ ਵਾਲਾ ਆ, ਆਪਣੇ ਆਪ ਨੂੰ ਮਾਰਨ ਵਾਲਾ ਹੈ, ਇਸ ਕਰਕੇ ਉਹਨਾਂ ਨੇ ਆਵਾਜ਼ ਮਾਰੀ, ਹੇ ਦਰੋਗਾ ਤੂੰ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਾਰੇ ਕੀ ਆ, ਇੱਥੇ ਹੀ ਆ। ਔਰ ਉਹ ਫਟਾਫਟ ਰੋਸ਼ਨੀ ਲੈ ਕੇ, ਦੀਵੇ ਦੀ ਵੱਟੀ ਲੈ ਕੇ ਉਹਨਾਂ ਕੋਲ ਪਹੁੰਚਿਆ, ਕਿਉਂਕਿ ਹਨੇਰਾ ਬਹੁਤ ਜ਼ਿਆਦਾ ਸੀ, ਅੱਧੀ ਰਾਤ ਸੀ। ਔਰ ਜਦੋਂ ਉਹਨਾਂ ਦੇ ਕੋਲ ਪਹੁੰਚਿਆ ਹੈ ਤੇ ਬਾਣੀ ਬਿਆਨ ਕਰਦੀ ਹੈ, ਉਹਨਾਂ ਦੇ ਅੱਗੇ ਹੱਥ ਜੋੜ ਕੇ ਕੀ ਕਰਨ ਲੱਗਾ, ਮਿੰਨਤਾਂ ਕਰਨ ਲੱਗਾ ਕਿ ਮੈਂ ਆਪਣੇ ਆਪ ਨੂੰ ਬਚਾਉਣ ਵਾਸਤੇ ਕੀ ਕਰਾਂ। ਉਸੇ ਵਕਤ ਖੁਦਾ ਦੇ ਦਾਸਾਂ ਨੇ ਕਿਹਾ, ਸੱਚੇ ਪਰਮੇਸ਼ਰ ਨੂੰ ਪੁਕਾਰ, ਯਿਸੂ ਮਸੀਹ ਨੂੰ ਪੁਕਾਰ, ਤੂੰ ਤੇ ਤੇਰਾ ਘਰਾਣਾ ਬਚਾਇਆ ਜਾਏਗਾ। ਅੱਜ ਵੀ ਜਦੋਂ ਖੁਦਾ ਕੰਮ ਕਰਦਾ ਹੈ ਕਈ ਵਾਰੀ ਸਾਨੂੰ ਨਹੀਂ ਪਤਾ ਚੱਲਦਾ, ਪਰ ਖੁਦਾ ਕਹਿ ਰਿਹਾ ਮੈਂ ਤੁਹਾਨੂੰ ਇਸਤੇਮਾਲ ਕਰ ਸਕਦਾ ਹਾਂ, ਤੁਹਾਡੇ ਦੁਆਰਾ ਵੀ ਵੱਡਾ ਚਮਤਕਾਰ ਕਰ ਸਕਦਾ ਹਾਂ। ਇਹ ਕਰੋਨਾ ਵਰਗੀ ਗੰਦੀ ਬਿਮਾਰੀ ਨੂੰ ਜਿਹੜੀ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਹੈ, ਖੁਦਾ ਕਹਿ ਰਿਹਾ ਆਪਣੇ ਆਪ ਨੂੰ ਤਿਆਰ ਕਰੋ, ਰੂਹ ਸੱਚਾਈ ਨਾਲ ਮੇਰੀ ਆਰਾਧਨਾ ਕਰੋ ਤਾਂ ਮੈਂ ਕੀ ਕਰਾਂਗਾ, ਤੁਹਾਡੇ ਦੁਆਰਾ ਦੂਜਿਆਂ ਦੇ ਵਾਸਤੇ ਆਸ਼ੀਸ਼ ਠਹਿਰਾਵਾਂਗਾ। ਔਰ ਤੁਸੀਂ ਕੀ ਕਰੋਗੇ, ਜਿੱਥੇ ਵੀ ਜਾਓਗੇ ਫਲਵੰਤ ਹੋਵੋਗੇ ਔਰ ਤੁਹਾਡੇ ਦੁਆਰਾ ਲੋਕਾਂ ਦੀ ਜ਼ਿੰਦਗੀਆਂ ਵਿੱਚ ਬਿਮਾਰੀਆਂ, ਸ਼ਰਾਬ, ਤਕਲੀਫਾਂ ਕੀ ਹੋ ਜਾਣਗੀਆਂ, ਦੂਰ ਹੋ ਜਾਣਗੀਆਂ, ਕਿਉਂਕਿ ਮੈਂ ਤੁਹਾਡੇ ਅੰਦਰ ਵਾਸ ਕਰਦਾ। ਬੋਲ ਹਾਲੇਲੂਇਆ। ਸੋ ਇਸ ਕਰਕੇ ਇਸ ਪੌਲੁਸ ਦੇ ਸਲਾਸ ਤੋਂ ਕੀ ਅਸੀਂ ਸਿੱਖਿਆ ਹੈ ਕਿ ਰੂਹ ਸੱਚਾਈ ਦੇ ਨਾਲ ਕੀ ਕਰਨੀ ਚਾਹੀਦੀ ਹੈ, ਸਾਨੂੰ ਭਗਤੀ ਕੀ ਕਰਨੀ ਚਾਹੀਦੀ ਹੈ, ਰੂਹ ਸੱਚਾਈ ਦੇ ਨਾਲ ਭਗਤੀ ਕਰਨੀ ਚਾਹੀਦੀ ਹੈ। ਕਦੀ ਵੀ ਸੁਸਤੀ ਦੀ ਭਗਤੀ ਨਹੀਂ ਕਰਨੀ। ਜੇ ਸੁਸਤੀ ਨਾਲ ਭਗਤੀ ਕਰਨੀ ਹੈ ਇਹਦੇ ਤੋਂ ਚੰਗਾ ਤੇ ਫਿਰ ਸਾਨੂੰ ਘਰੇ ਬੈਠੇ ਰਹਿਣਾ ਚਾਹੀਦਾ ਹੈ। ਖੁਦਾ ਕਹਿ ਰਿਹਾ ਜੇ ਤੇਰੇ ਕੋਲ ਟਾਈਮ ਲੱਗ ਹੀ ਗਿਆ ਹੈ ਮੇਰੀ ਹਜ਼ੂਰੀ ਦੇ ਵਿੱਚ ਆਉਣ ਦਾ, ਜੇ 10-15 ਮਿੰਟ ਅਸੀਂ ਅੱਜ ਬੈਠੇ ਹਾਂ, ਖੁਦਾ ਕਹਿ ਰਿਹਾ ਜਦੋਂ ਤੂੰ ਰੂਹ ਸੱਚਾਈ ਨਾਲ ਮੇਰੀ ਆਰਾਧਨਾ ਕਰੇਗਾ ਤਾਂ ਮੈਂ ਕੀ ਕਰਾਂਗਾ, ਤੈਨੂੰ ਜਵਾਬ ਜ਼ਰੂਰ ਦਵਾਂਗਾ। ਬੋਲੋ ਹਾਲੇਲੂਇਆ। ਜਦੋਂ ਅਸੀਂ ਰਸੂਲਾਂ ਦੇ ਕਰਤਬ 4 ਅਧਿਆਇ ਪੜ੍ਹਦੇ ਹਾਂ, ਉੱਥੇ ਸੰਗਤ ਬੈਠੀ ਸੀ, ਪ੍ਰਾਰਥਨਾ ਕਰਨ ਦੀ ਸੀ ਆਪਣੇ ਦਾਸ ਦੇ ਬਾਰੇ ਕਿ ਪ੍ਰਭੂ ਜੀ ਤੁਹਾਡਾ ਦਾਸ ਜੇਲ੍ਹ ਦੇ ਵਿੱਚ ਹੈ ਤਾਂ ਤੁਸੀਂ ਕੀ ਕਰੋ, ਉਹਨੂੰ ਕੱਢ ਕੇ ਲਿਆਵੋ। ਅਸੀਂ ਕਿਸੇ ਬਾਰੇ ਬੁਰਾ ਨਹੀਂ ਕਹਿੰਦੇ, ਪਰ ਜਦੋਂ ਉਹਨਾਂ ਰੂਹ ਸੱਚਾਈ ਨਾਲ ਪ੍ਰਾਰਥਨਾ ਕੀਤੀ ਹੈ ਤਾਂ ਖੁਦਾ ਦਾ ਕਲਾਮ ਕੀ ਕਹਿ ਰਿਹਾ ਹੈ ਕਿ ਖੁਦਾ ਨੇ ਉਸ ਜਗ੍ਹਾ ਨੂੰ ਹਿਲਾ ਕੇ ਜਵਾਬ ਦਿੱਤਾ, ਹਾਂ ਵੇਖੋ ਮੈਂ ਤੁਹਾਡੇ ਵਿੱਚ ਹਾਂ, ਮੈਂ ਤੁਹਾਡੇ ਵਿਚਕਾਰ ਹਾਂ, ਤੇ ਇਹ ਜਵਾਬ ਹੈ ਤੁਹਾਡੀ ਪ੍ਰਾਰਥਨਾ ਦਾ। ਅੱਜ ਵੀ ਖੁਦਾ ਵੱਡੇ ਵੱਡੇ ਚਮਤਕਾਰ ਕਰ ਸਕਦਾ ਹੈ, ਪਰ ਜਿਹੜੇ ਈਮਾਨ ਲਿਆਉਂਦੇ ਨੇ ਖੁਦਾ ਦੇ ਉੱਤੇ, ਮੁਕੰਮਲ ਈਮਾਨ ਲਿਆਉਂਦੇ ਨੇ, ਖੁਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕਰਦਾ ਹੈ, ਵੱਡੇ ਚਮਤਕਾਰ ਕਰਦਾ ਹੈ। ਬੋਲੋ ਆਮੀਨ, ਹਾਲੇਲੂਇਆ। ਸੋ ਯਹੂਨਾ 11 ਦੀ 1 ਤੋਂ ਅਸੀਂ ਜਦੋਂ ਅੱਗੇ ਪੜ੍ਹਦੇ ਹਾਂ, ਖਾਸ ਕਰਕੇ ਇੱਕ ਆਇਤ ਪੜ੍ਹੀਏ, ਯਹੂਨਾ 11 ਦੀ 40 ਪੜ੍ਹੀਏ, ਉੱਥੇ ਅਸੀਂ ਅੱਜ ਸਿੱਖਣਾ ਹੈ ਲਾਜ਼ਰਸ ਦੇ ਬਾਰੇ, ਤਾਂ ਲਾਜ਼ਰਸ ਦੇ 2 ਭੈਣਾਂ ਦੇ ਬਾਰੇ ਔਰ ਪ੍ਰਭੂ ਯਿਸੂ ਮਸੀਹ ਦੇ ਬਾਰੇ। ਹਾਂਜੀ ਪੜ੍ਹ ਦਈਏ। ਯਿਸੂ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਭਾਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੀ। ਹਾਂ 11 ਦੀ 40 ਪੜ੍ਹਦੇ ਕਰੀ ਫਿਰ। ਯਿਸੂ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਭਾਈ ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਵਰ ਦੀ ਵਡਿਆਈ ਵੇਖੇਂਗੀ। ਹਾਂ ਹਾਲੇਲੂਇਆ। ਸੋ ਇਸ ਜਗ੍ਹਾ ਦੇ ਉੱਤੇ ਕੀ ਹੋਇਆ ਕਿ 2 ਭੈਣਾਂ ਦਾ ਇੱਕ ਭਰਾ ਸੀ, ਕੀ ਨਾਂ ਸੀ ਉਹਦਾ, ਲਾਜ਼ਰਸ। ਔਰ ਲਾਜ਼ਰਸ ਬਿਮਾਰ ਪੈ ਗਿਆ ਔਰ ਲਾਜ਼ਰਸ ਦੀਆਂ 2 ਭੈਣਾਂ ਨੇ ਇੱਕ ਸੁਨੇਹਾ ਭੇਜਿਆ, ਇੱਕ ਮੈਸੇਜ ਭੇਜਿਆ
कि प्रभु जी तुहाडा मित्र तुहाडा प्यारा की हो चुका है, बीमार होया है, और तुसी आओ उन्हें मिलो और की करो, उन्हें ठीक करो। पर यीशु मसीह ने उथे जाना, अपने मित्र दे कोल जाना, कुछ की कीता, थोड़ी देर कर दी। और जो देर कर दी है, और वचन बयान करता है कि प्रभु यीशु मसीह ने आउण तक कितने दिन लाते, 4 दिन लाते। और आउंदे आउंदे की खबर मिली है कि तुहाडा मित्र दा की हो गया, हुण मर चुका है। हालेलुया। और जो पता लगा कि जो प्रभु यीशु मसीह आ रहे ने, तो दोवें भैणां वारी वारी की कर लगियां ने, यीशु मसीह ने मिलने गईयां ने। तो जिस तरह ही एक भैन जाती है, दूजी भैन जाती है, तो दोवें भैणां इक्को ही गल कहंदियां ने वारी वारी जाके कि प्रभु जी जे तुसीं इत्थे हुंदे तो साडा भरा ना मरदा। हालेलुया, हालेलुया, हालेलुया। कि जे प्रभु जी तुसीं इत्थे हुंदे तो साडा भरा ना मरदा। यीशु मसीह ने कहा विश्वास कर तो तू प्रभु की महिमा वेखेंगी। दोवां भैणां ने इक्को जवाब दे रहे, विश्वास कर तो खुदा मेरे पिता परमेश्वर की महिमा तू की करेंगी, वेखेंगी। पर उन्होंने ईमान नहीं आ रहा, विश्वास नहीं आ रहा, और दोवें भैण वापस आ गई ने। और ये इस तरह यीशु मसीह की कह रहे हैं कि चलो जिथे लाजरस नूं रखिया है मैनूं उत्थे लैके चलो। और जिद्दों यीशु मसीह नूं कबर दे वल लैके गए ने, तो उहदियां भैणां उहदे साथी कुछ कह रहे ने कि प्रभु जी लाजरस नूं तां 4 दिन हो गए ने मरे होया नूं, ਉਹਦੇ ਸਰੀਰ ਦੇ ਵਿੱਚੋਂ ਤਾਂ ਕੀ ਆਉਂਦੀ ਹੋਏਗੀ, ਬਦਬੂ ਆਉਂਦੀ ਹੋਏਗੀ, ਸਮੈਲ ਆਉਂਦੀ ਹੋਏਗੀ, ਗੰਦੀ ਬੋ ਆਉਂਦੀ ਹੋਏਗੀ, ਉੱਥੇ ਜਾਣ ਦਾ ਕੀ ਫਾਇਦਾ। ਪਰ ਯੀਸ਼ੂ ਮਸੀਹ ਉਸ ਜਗ੍ਹਾ ਉੱਤੇ ਗਿਆ। ਔਰ ਅੱਜ ਵੀ ਯੀਸ਼ੂ ਮਸੀਹ ਉੱਥੇ ਆਉਂਦਾ ਹੈ ਜਿੱਥੇ ਗਰੀਬੀ ਹੁੰਦੀ ਹੈ, ਜਿੱਥੇ ਸ਼ਰਾਪ ਹੁੰਦੇ ਨੇ, ਜਿੱਥੇ ਬਿਮਾਰੀਆਂ ਹੁੰਦੀਆਂ ਨੇ, ਜਿੱਥੇ ਤਕਲੀਫਾਂ ਹੁੰਦੀਆਂ ਨੇ, ਕਿਉਂਕਿ ਸਾਡਾ ਖੁਦਾ ਪ੍ਰਭੂ ਯੀਸ਼ੂ ਮਸੀਹ ਗਰੀਬਾਂ ਦਾ ਸਹਾਰਾ ਹੈ। ਹਾਲੇਲੂਇਆ। ਔਰ ਅਸੀਂ ਲੋਕ ਜਿਹੜੇ ਪਾਪ ਦੇ ਵਿੱਚ ਫਸੇ ਸੀ, खुदा सानू बचाने वास्ते है, साडी गंदगी नूं दूर करने वास्ते है, साडी बदबू नूं, साडी स्मैल नूं की करने वास्ते आया, दूर करने वास्ते। इस करके खुदा कह रहा है मैं तुहाडे वास्ते आया हाँ, और जिहड़ा मेरे उत्ते विश्वास करेगा वह बचाया जाएगा। और असीं 11:40 दे विच लिखिया, यीशु ने उन्हां नूं कहा, क्या मैंने तुझसे नहीं कहा था कि यदि तू विश्वास करेगी तो परमेश्वर की महिमा को देखेंगी। अगर आज भी असी विश्वास करांगे तो खुदा की महिमा नूं वेखांगे। और जो यीशु मसीह ने उच्ची आवाज मार के लाजरस नूं कहा, हे लाजरस कबर दे विचों बाहर आ जा, उस तरह ही पट्टियां दे नाल लपेटिया होया लाजरस कबर दे विचों की आ गया, बाहर आ गया। अज भी साडा खुदा प्रभु यीशु मसीह वड्डे चमत्कार कर सकदा है। ਜਿਹੜੇ ईमान ਲਿਆਉਣਗੇ, ਜਿਹੜੇ विश्वास करनगे, खुदा उन्हां दे वास्ते वड्डा चमत्कार कर सकता है। बोलो हालेलुया। सो इत्थों की सिੱਖਿਆ है कि कदे भी शक नहीं करना। अगर असी प्रार्थना करके खुदा को जो कुछ मंगया है, तो जे असी शक करते हैं तो साडा खुदा प्रभु यीशु मसीह कह रहा है तू ते अपनी दुआ दे उत्ते विश्वास नहीं कर रहा, तो फिर मेरे उत्ते किदां करेगा। खुदा कह रहा है जो तो अगर 5 मिनट भी और 10 मिनट भी, अद्धा घंटा भी तू मेरे अगे अरदास की है, प्रार्थना की है, रिक्वेस्ट की है, ਉਹਦੇ ਤੇ ईमान लिया, मैं तेरी प्रार्थना सुनांगा ते जवाब देवांगा। इन्हां दोनों भैणां ਦਾ विश्वास उदों आया ਜਦੋਂ ਇਹਨਾਂ ਦਾ ਭਰਾ ਉਹਨਾਂ ਦੇ ਸਾਹਮਣੇ आ गया। ਅੱਜ ਵੀ ਅਸੀਂ ਉਦੋਂ ਵਿਸ਼ਵਾਸ ਕਰਦੇ ਹਾਂ ਜਦੋਂ ਚਮਤਕਾਰ ਹੁੰਦੇ ਨੇ। ਪਰ ਯਾਦ ਰੱਖੋ ਸਾਡਾ ਖੁਦਾ ਕਹਿ ਰਿਹਾ ਧੰਨ ਉਹ ਲੋਕ ਨੇ ਜਿਹੜੇ ਬਿਨ ਦੇਖਿਆ ਵਿਸ਼ਵਾਸ ਕਰਦੇ ਨੇ, ਕਿਉਂਕਿ ਯਿਸੂ ਨੂੰ ਅਸੀਂ ਦੇਖਿਆ ਨਹੀਂ, ਪਰ ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੈ ਧੰਨ ਹੈ ਉਹ ਲੋਕ ਜਿਹੜੇ ਮੇਰੇ ਤੇ ਈਮਾਨ ਲਿਆਉਂਦੇ ਨੇ। ਅਗਰ ਅੱਜ ਅਸੀਂ ਯਿਸੂ ਤੇ ਪੂਰੀ ਤਰ੍ਹਾਂ ਈਮਾਨ ਲਿਆ ਰਹੇ ਹਾਂ ਤੇ ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ ਹੈ ਕਿ ਮੈਂ ਅੱਜ ਵੀ ਤੁਹਾਡੇ ਵਾਸਤੇ ਚਮਤਕਾਰ ਕਰ ਸਕਦਾ ਹਾਂ। ਇਹ ਕਰੋਨਾ ਵਰਗੀਆਂ ਬਿਮਾਰੀਆਂ ਨੂੰ ਮੈਂ ਤੁਹਾਥੋਂ ਦੂਰ ਕਰ ਸਕਦਾ ਹਾਂ। ਇਹ ਜਿਹੜੀ ਦੁਨੀਆ ਅੱਜ ਹੈਰਾਨ ਪਰੇਸ਼ਾਨ ਹੈ, ਇਹ ਕਿਸ ਤਰ੍ਹਾਂ ਇਹ ਬਿਮਾਰੀ ਦੂਰ ਹੋਏਗੀ, ਪਰ ਅੱਜ ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਹੈ ਕਿ ਮੈਂ ਕੀ ਕਰਾਂਗਾ, ਤੁਹਾਨੂੰ ਚੰਗਿਆ ਕਰਾਂਗਾ। ਬੋਲ ਹਾਲੇਲੂਇਆ। ਸੋ ਇਥੋਂ ਕੀ ਸਿੱਖਿਆ ਸੀ ਕਿ ਈਮਾਨ ਲਿਆਉਣਾ ਹੈ ਤੇ ਪੂਰੀ ਤਰ੍ਹਾਂ ਲਿਆਉਣਾ ਹੈ। ਈਮਾਨ ਦਾ ਮਤਲਬ ਕੀ ਹੈ? ਵਿਸ਼ਵਾਸ, ਸਾਡੀ ਨੇਚਰ ਜਿਹੜੀ ਹੈ ਪੱਕੀ ਹੋਣੀ ਚਾਹੀਦੀ ਹੈ। ਅਗਰ ਇੱਕ ਕੰਮ ਨੂੰ ਅਸੀਂ ਠਾਣ ਲਿਆ ਹੈ, ਜਿੱਦ ਫੜ ਲਈ ਹੈ, ਜਿਸ ਤਰ੍ਹਾਂ ਉਹ ਸੈਮੂਅਲ ਜਿੱਦ ਫੜਦਾ ਹੈ, ਨਹੀਂ ਨਹੀਂ ਆਹ ਕਰਨਾ ਹੀ ਕਰਨਾ ਹੈ, ਉਸੇ ਤਰ੍ਹਾਂ ਅਸੀਂ ਵੀ ਕੀ ਕਰਨੀ ਹੈ, ਖੁਦਾ ਦੇ ਅੱਗੇ ਜਿੱਦ ਫੜਨੀ ਹੈ, ਆ ਪ੍ਰਭੂ ਜਿੰਨਾ ਚਿਰ ਤੂੰ ਬਰਕਤ ਨਹੀਂ ਦੇਂਗਾ ਉਹਨਾਂ ਚਿਰ ਮੈਂ ਤੈਨੂੰ ਛੱਡਣਾ ਨਹੀਂ ਹੈ। मरते दम तक असी की करना, खुदा नूं कदे भी छड्डना नहीं। ये दुख तकलीफां परेशानियां, ये हनेरियां तूफान जिहड़े है, ये जिहड़े आउणे ही आउणे है। याद रखो यीशु मसीह ने कहा जिहड़े मेरे विच चलणगे उन्हां नूं दुखां ते मुसीबतां ते परेशानियां दा सामना करना ही
ਪੈਣਾ ਹੈ। ਇਹ ਨਹੀਂ ਕਿ ਮਸੀਹ ਦੇ ਵਿੱਚ ਆ ਕੇ ਦੁੱਖ ਖਤਮ ਹੋ ਗਏ। ਯਾਦ ਰੱਖੋ ਜ਼ਿੰਦਗੀ ਦੇ ਵਿੱਚ ਰਹਿੰਦੇ ਹੋਏ ਦੁੱਖ ਆਉਣੇ ਹੀ ਆਉਣੇ ਹੈ, ਪਰ ਯਾਦ ਰੱਖੋ ਜਦੋਂ ਮਸੀਹ ਦੇ ਵਿੱਚ ਮਰ ਕੇ ਮਸੀਹ ਦੇ ਕੋਲ ਜਾਵਾਂਗੇ ਉੱਥੇ ਕਦੀ ਦੁੱਖ ਆਵੇਗਾ ਨਹੀਂ ਹੈ। ਬੋਲੋ ਹਾਲੇਲੂਇਆ। ਇਸ ਕਰਕੇ ਇੱਕ ਹੋਰ ਪੜਾਂਗੇ, ਪਹਿਲਾ ਰਾਜਾ 17 ਦੇ 8 ਤੋਂ 16। ਅਗਰ ਜਿਸ ਤਰ੍ਹਾਂ ਅੱਜ ਇਹ ਮਹਾਂਮਾਰੀ ਫੈਲੀ ਹੈ ਤਾਂ ਲੋਕਡਾਊਨ ਹੋਇਆ ਹੈ, ਪਹਿਲਾਂ 40 ਦਿਨਾਂ ਦਾ ਸੀ, ਹੁਣ 2 ਹਫ਼ਤੇ ਫੇਰ ਵੱਧ ਗਏ। ਯਾਦ ਰੱਖੋ ਜਿੰਨਾ ਚਿਰ ਇਹ ਬਿਮਾਰੀ ਖਤਮ ਨਹੀਂ ਹੁੰਦੀ ਇਹ ਲੋਕਡਾਊਨ ਸ਼ਾਇਦ ਇੱਦਾਂ ਹੀ ਵੱਧ ਸਕਦਾ ਹੈ। ਪਰ ਯਾਦ ਰੱਖੋ ਖੁਦਾ ਕਹਿ ਰਿਹਾ ਮੈਂ ਅਕਾਲ ਦੇ ਸਮੇਂ ਵੀ ਤੁਹਾਨੂੰ ਰਜਾਵਾਂਗਾ, ਤੁਹਾਨੂੰ ਕਦੇ ਵੀ ਭੁੱਖਿਆ ਨਹੀਂ ਛੱਡਾਂਗਾ। ਇੱਥੇ ਅਸੀਂ ਏਲੀਆ ਤੇ ਇੱਕ ਵਿਧਵਾ ਦੇ ਬਾਰੇ ਗੱਲ ਕਰਨ ਵਾਲੇ ਹਾਂ ਕਿ ਖੁਦਾ ਦੇ ਦਾਸ ਨੇ ਕਿਹਾ ਜਾ ਮੈਂ ਤੈਨੂੰ ਇੱਕ ਵਿਧਵਾ ਦੇ ਘਰੋਂ ਖਾਣਾ ਖਵਾਵਾਂਗਾ, ਜਿਹਦਾ ਇੱਕ ਛੋਟਾ ਬੱਚਾ ਹੈ, ਇੱਕ ਵਿਧਵਾ ਹੈ ਤੇ ਉਹਨਾਂ ਕੋਲ ਥੋੜਾ ਜਿਹਾ ਹੈ। ਪਰ ਯਾਦ ਰੱਖੋ ਖੁਦਾ ਨੇ ਖੁਦਾ ਦੇ ਦਾਸ ਦਾ ਵੀ ਢਿੱਡ ਭਰਿਆ ਤੇ ਜਿੰਨਾ ਚਿਰ ਅਕਾਲ ਖਤਮ ਨਹੀਂ ਹੋਇਆ ਉਹਨਾਂ ਚਿਰ ਉਹ ਵਿਧਵਾ ਦੇ ਘਰੋਂ ਆਟਾ ਨਹੀਂ ਮੁੱਕਿਆ ਤੇ ਤੇਲ ਨਹੀਂ ਮੁੱਕਿਆ। ਬੋਲ ਹਾਲੇਲੂਇਆ। ਗੱਲ ਕਿਤੇ ਆਉਂਦੀ ਹੈ ਵਿਸ਼ਵਾਸ ਤੇ। ਅਗਰ ਅੱਜ ਸਾਡਾ ਈਮਾਨ ਪੱਕਾ ਹੈ ਸਾਡਾ ਖੁਦਾ ਥੋੜੇ ਦੇ ਵਿੱਚੋਂ ਵੀ ਜ਼ਿਆਦਾ ਕਰ ਸਕਦਾ ਹੈ। ਪੜ੍ਹ ਦਈਏ ਪਹਿਲਾ ਰਾਜਾ 17 ਦੇ ਆਏ ਉਹਦੀ 8 ਤੋਂ ਲੈ ਕੇ ਜਦੋਂ ਅਸੀਂ 16 ਤੱਕ ਪੜ੍ਹਦੇ ਹਾਂ, ਚਲੋ ਪੜ੍ਹਨਾ ਨਹੀਂ ਹੈ ਟਾਈਮ ਸਾਡੇ ਕੋਲ ਥੋੜਾ ਹੈ, ਇਸ ਕਰਕੇ ਅਸੀਂ ਦੇਖਾਂਗੇ ਕਿ ਇੱਥੇ ਜਦੋਂ ਏਲੀਆ ਗਿਆ ਹੈ ਕਹਿੰਦਾ ਭੈਣ ਮੈਨੂੰ ਕੁਝ ਖਾਣ ਨੂੰ ਦੇ। ਕੀ ਕਹਿਣ ਲੱਗਾ ਹੈ ਭੈਣ ਮੈਨੂੰ ਕੁਝ ਖਾਣ ਨੂੰ ਦੇ। ਤੇ ਅੱਗੋਂ ਭੈਣ ਕੀ ਕਹਿ ਰਹੀ ਹੈ ਰੱਬ ਦੇ ਬੰਦਿਆ ਥੋੜਾ ਜਿਹਾ ਆਟਾ ਵਾ ਤੇ ਥੋੜਾ ਜਿਹਾ ਤੇਲ ਹੈ, ਇਹ ਖਾ ਕੇ ਪਕਾ ਕੇ ਮੈਂ ਤੇ ਮੇਰੇ ਪੁੱਤਰ ਨੇ ਮਰ ਜਾਣਾ ਹੈ। ਕੋਈ ਆਸ ਨਹੀਂ ਹੈ, ਕੋਈ ਉਮੀਦ ਨਹੀਂ ਹੈ ਅੱਗੇ ਦੀ। ਪਰ ਯਾਦ ਰੱਖੋ ਜਦੋਂ ਖੁਦਾ ਜਿਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ, ਜਦੋਂ ਖੁਦਾ ਆਪਣੇ ਦਾਸਾਂ ਨੂੰ ਕਿਸ ਜਗ੍ਹਾ ਦੇ ਉੱਤੇ ਲੈ ਕੇ ਜਾਂਦਾ ਹੈ ਤਾਂ ਖੁਦਾ ਦਾ ਦਾਸ ਤੇ ਉਸ ਘਰ ਤੇ ਉਹ ਇਲਾਕਾ ਜਿਹੜਾ ਕਦੇ ਵੀ ਕਿਸੇ ਚੀਜ਼ ਦਾ ਘਾਟਾ ਨਹੀਂ ਪੈਂਦਾ ਹੈ। ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਸਭ ਕੁਝ ਕਰ ਸਕਦਾ ਹੈ। ਪਰ ਯਾਦ ਰੱਖੋ ਗੱਲ ਆਉਂਦੀ ਹੈ ਵਿਸ਼ਵਾਸ ਦੀ। ਅੱਜ ਸਾਡਾ ਖੁਦਾ ਵੱਡੇ ਚਮਤਕਾਰ ਕਰ ਸਕਦਾ ਹੈ। ਅਸੀਂ ਦੁਆ ਇਹੋ ਹੀ ਕਰਨੀ ਹੈ ਕਿਉਂਕਿ ਅੱਜ ਦੀ ਜਿਹੜੀ ਇਹ ਮੁਸੀਬਤ ਹੈ, ਇਹ ਜਿਹੜਾ ਅਕਾਲ ਹੈ, ਜਿਹੜੀ ਮਹਾਂਮਾਰੀ ਦੇ ਕਰਕੇ ਅਸੀਂ ਸਾਰੇ ਘਰ ਦੇ ਵਿੱਚ ਬੈਠੇ ਹਾਂ। ਪਰ ਯਾਦ ਰੱਖੋ ਬਹੁਤ ਚੰਗਾ ਮੌਕਾ ਮਿਲਿਆ ਹੈ ਅਸੀਂ ਪ੍ਰਾਰਥਨਾ ਦੇ ਵਿੱਚ ਵਧੀਏ, ਖੁਦਾ ਦੀ ਮਹਿਮਾ ਦੇ ਵਿੱਚ ਅੱਗੇ ਗਈਏ ਔਰ ਖੁਦਾ ਦੀ ਮਹਿਮਾ ਦੇ ਵਿੱਚ ਹੋਰ ਅੱਗੇ ਅਸੀਂ ਵਧਦੇ ਜਾਈਏ, ਉਹਦੇ ਕੰਮ ਨੂੰ ਕਰਦੇ ਜਾਈਏ ਔਰ ਪ੍ਰਾਰਥਨਾ ਕਰੀਏ ਕਿ ਸਾਡਾ ਖੁਦਾ ਪ੍ਰਭੂ ਯਿਸੂ ਮਸੀਹ ਆਪਣਾ ਸਾਮਰਥੀ ਹੱਥ ਇਸ ਦੁਨੀਆ ਦੇ ਉੱਤੇ ਰੱਖੇ ਤਾਂ ਜੋ ਇਹ ਸਾਰਾ ਕਰੋਨਾ ਵਾਇਰਸ ਜਿਹੜਾ ਇਸ ਦੁਨੀਆ ਦੇ ਉੱਤੇ ਫੈਲ ਚੁੱਕਾ ਹੈ ਉਹ ਕੀ ਕਰੇ, ਖੁਦਾ ਸਾਡਾ ਉਹਨੂੰ ਕੱਟ ਆਫ ਕਰੇ। ਇਹ ਸਾਡਾ ਖੁਦਾ ਹੀ ਸਭ ਕੁਝ ਕਰ ਸਕਦਾ ਹੈ। ਅੱਜ ਪੂਰੀ ਦੁਨੀਆ ਹਾਹਾਕਾਰ ਕਰ ਚੁੱਕੀ ਹੈ, ਸਾਰੇ ਘਰਾਂ ਦੇ ਵਿੱਚ ਤੜੇ ਪਏ ਨੇ ਕਿ ਕਿਤਨਾ ਕਿਤੇ ਕੀ ਹੋ ਜਾਏ, ਕੋਈ ਨਾ ਕੋਈ ਹੀਲਾ ਵਸੀਲਾ ਹੋਵੇ ਤਾਂ ਜੋ ਸਾਡਾ ਢਿੱਡ ਵੀ ਭਰ ਜਾਏ, ਸਾਡੇ ਬੱਚੇ ਵੀ ਚੰਗੇ ਹੋਣ ਹੈ, ਕੋਈ ਵੀ ਇਹ ਬਿਮਾਰੀ ਸਾਡੇ ਘਰਾਂ ਦੇ ਵਿੱਚ ਨਾ ਆ ਜਾਏ। ਇਸੇ ਕਰਕੇ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ, ਵਿਸ਼ਵਾਸ ਕਰਨ ਦੀ ਲੋੜ ਹੈ। ਸਾਡਾ ਖੁਦਾ ਚਮਤਕਾਰ ਕਰ ਸਕਦਾ ਹੈ। ਬੋਲੋ ਹਾਲੇਲੂਇਆ। ਇਸ ਕਰਕੇ ਅੱਖਾਂ ਬੰਦ ਕਰੀਏ, ਪ੍ਰਾਰਥਨਾ ਕਰਾਂਗੇ।